ਵਾਹਿਗੁਰੂ ਸਾਹਿਬ ਜੀ। ਕਨ ਹਰ ਬੂੰਦ ਬਸੋ ਰੋ ਬਾਵਲ, ਕੁਸਮ ਬਸੰਤ ਗਨੰਤ ਨਾ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨ ਆਵੈ। ਮੂਕ ਉਚਰੈ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਇਆਲ ਕਰਨ ਕਾਰਨ, ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਅੰਤਰਜਾਮੀ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਤੀਸਰੇ ਪਾਤਸ਼ਾਹ ਸੇਵਾ ਦੇ ਪੁੰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਜਿਨ੍ਹਾਂ ਦਾ ਸੰਖੇਪ ਜੀਵਨ ਆਪ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰ ਰਹੇ ਹਾਂ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਦਾ ਜਨਮ ਵੈਸਾਖ ਸੁਦੀ 14 ਸੰਮਤ 1536, 5 ਮਈ ਸੰਨ 1479 ਈਸਵੀ ਨੂੰ ਪਿਤਾ ਤੇਜਭਾਨ ਭੱਲੇ ਖੱਤਰੀ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦੇ ਉਦਰ ਤੋਂ ਨਗਰ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਜਦੋਂ ਸਾਧ ਸੰਗਤ ਜੀ ਆਪ ਜੀ ਦਾ ਬਚਪਨ ਬਤੀਤ ਹੋਇਆ ਅਤੇ ਆਪ ਜੀ ਦੀ ਆਯੂ ਥੋੜ੍ਹੀ ਵੱਡੀ ਹੋਈ, ਆਪ ਜੀ ਤਕਰੀਬਨ 24-25 ਵਰ੍ਹਿਆਂ ਦੇ ਹੋਏ। ਉਸ ਸਮੇਂ ਆਪ ਜੀ ਦਾ ਵਿਆਹ ਕਾਰਜ ਮਾਤਾ ਮਨਸਾ ਦੇਵੀ ਜੀ ਨਾਲ ਹੋਇਆ, ਜਿਨ੍ਹਾਂ ਤੋਂ ਆਪ ਜੀ ਦੇ ਘਰ 2 ਸਪੁੱਤਰੀਆਂ ਬੀਬੀ ਦਾਨੀ ਜੀ, ਬੀਬੀ ਭਾਨੀ ਜੀ ਅਤੇ 2 ਸਪੁੱਤਰ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਜਨਮੇ। ਬਚਪਨ ਵਿੱਚ ਹੀ ਸਾਧ ਸੰਗਤ ਜੀ ਆਪ ਜੀ ਨੂੰ ਜੋ ਸੰਸਕਾਰ ਆਪਣੇ ਪਿਤਾ ਜੀ ਤੋਂ ਮਿਲੇ, ਉਹਨਾਂ ਸੰਸਕਾਰਾਂ ਦੇ ਅਨੁਸਾਰ ਹੀ ਆਪ ਜੀ ਨੇ 22 ਵਰ੍ਹੇ ਹਰਿਦੁਆਰ ਦੀ ਯਾਤਰਾ ਕੀਤੀ। ਆਰਬਲਾ ਵੱਧਦੀ ਗਈ, ਪਰ ਕਿਤੇ ਵੀ ਦਿਲ ਆਤਮਾ ਦੀ ਜੋ ਖਿੱਚ ਸੀ ਉਸ ਦੀ ਪੂਰਤੀ ਨਾ ਹੋਈ। ਇੱਕ ਵਾਰ ਜਦੋਂ ਆਪ ਜੀ ਗੰਗਾ ਇਸ਼ਨਾਨ ਕਰਕੇ ਵਾਪਸ ਆ ਰਹੇ ਸਨ, ਤਾਂ ਰਸਤੇ ਵਿੱਚ ਆਪ ਜੀ ਨੂੰ ਦੁਰਗਾ ਦਾਸ ਪੰਡਿਤ ਮਿਲਿਆ। ਉਹ ਆਪ ਜੀ ਨੂੰ ਆਪਣੇ ਘਰ ਲੈ ਗਿਆ ਅਤੇ ਆਪ ਜੀ ਨੂੰ ਭੋਜਨ ਛਕਾਇਆ। ਆਪ ਜੀ ਦੀ ਬੜੀ ਸੇਵਾ ਕੀਤੀ। ਆਪ ਜੀ ਭੋਜਨ ਛਕ ਕੇ ਆਰਾਮ ਕਰ ਰਹੇ ਸਨ ਕਿ ਪੰਡਿਤ ਦੁਰਗਾ ਦਾਸ ਨੇ ਆਪ ਜੀ ਦੇ ਚਰਨਾਂ ਵੱਲ ਦੇਖਿਆ ਤੇ ਆਪ ਜੀ ਦੇ ਆ ਕੇ ਚਰਨ ਪਕੜ ਲਏ। ਸਤਿਗੁਰੂ ਜੀ ਆਖਣ ਲੱਗੇ, ਪੰਡਿਤ ਜੀ, ਤੁਸੀਂ ਉਮਰ ਵਿੱਚ ਵੀ ਮੇਰੇ ਨਾਲੋਂ ਵੱਡੇ ਹੋ
ਅਤੇ ਹੋਰ ਕਿਤਨੀ ਮੇਰੀ ਸੇਵਾ ਤੁਸੀਂ ਕੀਤੀ ਹੈ, ਤੇ ਹੁਣ ਤੁਸੀਂ ਮੇਰੇ ਚਰਨ ਪਕੜ ਰਹੇ ਹੋ। ਤੇ ਅੱਗਿਓਂ ਸੁਣ ਕੇ ਦੁਰਗਾਦਾਸ ਪੰਡਿਤ ਆਖਣ ਲੱਗਾ, ਮੈਂ ਆਪ ਜੀ ਦੇ ਸੱਜੇ ਪੈਰ ਦੇ ਵਿੱਚ ਪਦਮ ਦੇਖਿਆ ਹੈ। ਮੇਰੀ ਵਿਦਿਆ ਅਨੁਸਾਰ ਇਹ ਇੱਕ ਅਵਤਾਰੀ ਪੁਰਸ਼ ਦੀ ਨਿਸ਼ਾਨੀ ਹੁੰਦੀ ਹੈ। ਦੇਖਿਓ ਅਮਰਦਾਸ ਜੀ, ਤੁਹਾਨੂੰ ਸਾਰੀ ਦੁਨੀਆ ਅਵਤਾਰੀ ਪੁਰਸ਼ ਕਰਕੇ ਪੂਜਿਆ ਕਰੇਗੀ ਅਤੇ ਤੁਹਾਨੂੰ ਬੜਾ ਵੱਡਾ ਰਾਜ ਭਾਗ ਪ੍ਰਾਪਤ ਹੋਵੇਗਾ ਅਤੇ ਸਾਰੀ ਦੁਨੀਆ ਤੁਹਾਡੇ ਅੱਗੇ ਝੁਕੇਗੀ। ਸਤਿਗੁਰੂ ਜੀ ਮੁਸਕਰਾ ਕੇ ਬੋਲੇ, ਪੰਡਿਤ ਜੀ, ਇਹ ਚਿੱਟਾ ਦਾੜਾ ਦੇਖ ਰਹੇ ਹੋ, ਇਸ ਸਮੇਂ ਮੇਰੀ ਆਯੂ 60 ਵਰ੍ਹਿਆਂ ਦੀ ਹੋ ਗਈ ਹੈ। ਜੋ ਦੁਕਾਨਦਾਰੀ ਦਾ ਛੋਟਾ ਮੋਟਾ ਕਾਰਜ ਹੈ ਉਹ ਵੀ ਹੁਣ ਸਪੁੱਤਰਾਂ ਨੇ ਸੰਭਾਲ ਲਿਆ ਹੈ। ਹੁਣ ਕਿਹੜੇ ਰਾਜ ਭਾਗ ਦੀ ਗੱਲ ਕਰਦੇ ਹੋ? ਪੰਡਿਤ ਦੁਰਗਾਦਾਸ ਆਖਣ ਲੱਗਾ, ਅਮਰਦਾਸ ਜੀ, ਇਹ ਤਾਂ ਮੈਨੂੰ ਨਹੀਂ ਪਤਾ ਕਿ ਕਦੋਂ ਕੀ ਹੋਣਾ ਹੈ। ਮੈਂ ਤਾਂ ਜੋ ਦੇਖਿਆ ਹੈ ਉਹੀ ਤੁਹਾਨੂੰ ਦੱਸਿਆ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਪੰਡਿਤ ਦੁਰਗਾਦਾਸ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਬਚਨ ਵਿਲਾਸ ਹੋਏ। ਤੇ ਜਦੋਂ ਸਤਿਗੁਰੂ ਸਾਹਿਬ ਜੀ ਉਸੇ ਸਾਲ ਯਾਤਰਾ ਤੋਂ ਵਾਪਸ ਪਰਤੇ, ਕੁਝ ਸਮਾਂ ਹੋਰ ਬਤੀਤ ਹੋਇਆ ਅਤੇ ਫਿਰ ਇੱਕ ਦਿਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਜੋ ਵੱਡੀ ਸਪੁੱਤਰੀ ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੇ ਹੋਏ ਸਨ। ਆਪ ਜੀ ਨੇ ਉਹਨਾਂ ਦੇ ਮੁਖਾਰ ਬਿੰਦ ਤੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਮੋਤੀ ਤਾਂ ਮੰਦਰ ਉਸਰਹਿ ਰਤਨੀ ਤਾ ਹੋਹਿ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਓ। ਜੋ ਬੜੇ ਰਸ ਦੇ ਵਿੱਚ ਪੜ੍ਹ ਰਹੇ ਸਨ ਸੁਣਿਆ ਤੇ ਜਾ ਕੇ ਬੀਬੀ ਅਮਰੋ ਜੀ ਨੂੰ ਪੁੱਛਣ ਲੱਗੇ, ਪੁੱਤਰ, ਇਹ ਕਿਸ ਦਾ ਕਲਾਮ ਪੜ੍ਹ ਰਹੀ ਹੈ? ਇਹ ਕਿਸ ਦੀ ਬਾਣੀ ਹੈ? ਤਾਂ ਬੀਬੀ ਅਮਰੋ ਜੀ ਆਖਣ ਲੱਗੇ, ਪਿਤਾ ਜੀ, ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ, ਜਿਨ੍ਹਾਂ ਦੀ ਗੱਦੀ ਦੇ ਵਾਰਸ ਅੱਜ ਕੱਲ੍ਹ ਮੇਰੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਜੀ ਹਨ। ਸੁਣਦਿਆਂ ਸਾਰ ਗੁਰੂ ਜੀ ਦੇ ਦਰਸ਼ਨਾਂ ਦੀ ਚਾਨਣਾ ਅੰਦਰ ਪ੍ਰਬਲ ਹੋਈ ਅਤੇ ਆਪ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚ ਗਏ। ਸੰਸਾਰਿਕ ਰਿਸ਼ਤੇ ਵਿੱਚ ਭਾਵੇਂ ਆਪ ਜੀ ਕੁੜਮ ਸਨ, ਉਮਰ ਕਰਕੇ ਵੀ ਬਹੁਤ ਵੱਡੇ ਸਨ, ਪਰ ਆਪ ਜੀ ਨੇ ਸੰਸਾਰਿਕ ਰਿਸ਼ਤੇ ਨੂੰ ਇੱਕ ਪਾਸੇ ਰੱਖ ਕੇ ਗੁਰੂ ਚੇਲੇ ਦੇ ਰਿਸ਼ਤੇ ਨੂੰ ਤਰਜੀਹ ਦਿੱਤੀ ਅਤੇ ਆਪਣਾ ਮਸਤਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ। ਅਤੇ ਜਿਸ ਤਰ੍ਹਾਂ ਭਾਈ ਲਹਿਣਾ ਜੀ ਦੇ ਅੱਗੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਸਵੱਟੀਆਂ ਰੱਖੀਆਂ ਸਨ, ਉਸੇ ਤਰ੍ਹਾਂ ਆਪ ਜੀ ਦੇ ਵੀ ਉਹ ਸਮਾਂ ਆਇਆ। ਆਪ ਜੀ ਹਮੇਸ਼ਾ ਸੇਵਾ ਸਿਮਰਨ ਵਿੱਚ ਲੀਨ ਰਹਿੰਦੇ ਅਤੇ ਹਰ ਰੋਜ਼ ਅੰਮ੍ਰਿਤ ਵੇਲੇ ਪੈਦਲ ਜਾ ਕੇ ਬਿਆਸਾ ਤੋਂ ਜਲ ਦੀ ਗਾਗਰ ਲਿਆਉਂਦੇ ਅਤੇ ਸਤਿਗੁਰਾਂ ਦਾ ਇਸ਼ਨਾਨ ਕਰਵਾਉਂਦੇ, ਸਤਿਗੁਰੂ ਸਾਹਿਬ ਜੀ ਦੇ ਵਸਤਰ ਵੀ ਧੋਂਦੇ। ਇੱਕ ਦਿਨ ਆਪ ਜੀ ਬਿਆਸਾ ਵਿੱਚੋਂ ਜਲ ਦੀ ਗਾਗਰ ਭਰ ਕੇ ਵਾਪਸ ਆ ਰਹੇ ਸਨ। ਹਨੇਰਾ ਸੀ। ਇੱਕ ਜੁਲਾਹੇ ਦੀ ਖੱਡੀ ਦੇ ਨਾਲ ਆਪ ਜੀ ਦਾ ਠੇਡਾ ਲੱਗਾ ਅਤੇ ਆਪ ਜੀ ਡਿੱਗ ਪਏ, ਪਰ ਸਾਧ ਸੰਗਤ ਜੀ ਆਪ ਜੀ ਨੇ ਜਲ ਵਾਲੀ ਗਾਗਰ ਦੀ ਛਲ ਨਹੀਂ ਵੱਜਣ ਦਿੱਤੀ, ਜਲ ਡੁੱਲਣ ਨਹੀਂ ਦਿੱਤਾ। ਸਤਿਗੁਰੂ ਸਾਹਿਬ ਜੀ ਦੇ ਡਿੱਗਣ ਦੀ ਆਵਾਜ਼ ਆਈ। ਜੁਲਾਹਾ ਆਪਣੀ ਪਤਨੀ ਨੂੰ ਆਖਣ ਲੱਗਾ, ਇਹ ਆਵਾਜ਼ ਕਿਸ ਨੇ ਕੀਤੀ ਹੈ? ਕਿਤੇ ਕੋਈ ਆਪਣੇ ਘਰ ਵਿੱਚ ਤਾਂ ਨਹੀਂ ਵੜ ਆਇਆ? ਜੁਲਾਹੇ ਦੀ ਪਤਨੀ ਨੇ ਸੁਣ ਕੇ ਅੱਗੋਂ ਜਵਾਬ ਦਿੱਤਾ। ਉਹਨਾਂ ਸ਼ਬਦਾਂ ਨੂੰ ਸਾਧ ਸੰਗਤ ਜੀ ਇੱਕ ਹਿੰਦੀ ਦੇ ਸ਼ਾਇਰ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਪੇਸ਼ ਕੀਤਾ ਹੈ। ਉਹ ਲਿਖਦਾ ਹੈ ਕਿ ਜੁਲਾਹੇ ਦੀ ਪਤਨੀ ਅੱਗਿਓਂ ਬੋਲੀ, ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬਹੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਅੱਗਿਓਂ ਸੁਣ ਕੇ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਬੋਲੇ, दीवानी क्या भक्ति है गुरु की शान में, उसी दम होगी पागल, इशारा हो तो ऐसा हो।
ਆਪ ਜੀ ਨੇ ਜਾ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ ਤੇ ਇੱਧਰ ਜੁਲਾਹੀ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਕਰਕੇ ਸੱਚਮੁੱਚ ਝੱਲ ਖਿਲਾਰਨ ਲੱਗੀ, ਸਿਰ ਪੁੱਟਣ ਲੱਗੀ, ਕੱਪੜੇ ਪਾੜਨ ਲੱਗੀ। ਤੇ ਉਸ ਦਾ ਪਤੀ ਸਾਧ ਸੰਗਤ ਜੀ ਉਸ ਨੂੰ ਲੈ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚ ਗਿਆ। ਸਤਿਗੁਰਾਂ ਨੇ ਪੁੱਛਿਆ ਕਿ ਇਸ ਨੂੰ ਕੀ ਹੋਇਆ ਹੈ। ਅੱਗੋਂ ਜੁਲਾਹਾ ਦੱਸਣ ਲੱਗਾ, ਸਤਿਗੁਰੂ ਜੀ ਆਪ ਜੀ ਦਾ ਜੋ ਸੇਵਕ ਹੈ ਅਮਰਦਾਸ, ਇਹ ਗਾਗਰ ਲੈ ਕੇ ਆ ਰਹੇ ਸਨ। ਰਸਤੇ ਵਿੱਚ ਮੇਰੀ ਖੱਡੀ ਦੇ ਕਿੱਲੇ ਦੇ ਨਾਲ ਠੇਡਾ ਖਾ ਕੇ ਡਿੱਗ ਪਏ। ਆਵਾਜ਼ ਆਈ, ਮੇਰੀ ਪਤਨੀ ਨੇ ਆਖ ਦਿੱਤਾ ਅਮਰੂ ਨਿਥਾਵਾ। ਤੇ ਇਹਨਾਂ ਨੇ ਅੱਗਿਓਂ ਆਖਿਆ, ਝੱਲੀਏ ਮੈਂ ਨਿਥਾਵਾ ਨਹੀਂ, ਮੇਰੀ ਤਾਂ ਥਾਂ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਘਰ ਹੈ। ਇਹ ਸੁਣ ਕੇ ਸਤਿਗੁਰੂ ਜੀ ਮਿਹਰ ਦੇ ਘਰ ਵਿੱਚ ਆਏ ਤੇ ਆਪ ਜੀ ਨੂੰ 12 ਸਾਲ ਗਾਗਰ ਦੀ ਸੇਵਾ ਦਾ ਫਲ ਇਸ ਤਰ੍ਹਾਂ 12 ਬਖਸ਼ਿਸ਼ਾਂ ਕਰਕੇ ਦਿੱਤਾ। ਪ੍ਰਿੰਸੀਪਲ ਸਤਵੀਰ ਸਿੰਘ ਜੀ ਦੇ ਅਨੁਸਾਰ ਨਿਥਾਵਿਆਂ ਦੀ ਥਾਂ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨੇ ਧਰਿਆਂ ਦੀ ਧਰ, ਨੇ ਧੀਰਾਂ ਦੇ ਧੀਰ, ਪੀਰਾਂ ਦੇ ਪੀਰ, ਦਿਆਲ ਗਈ ਬਹੋੜ, ਜਗਤਬੰਦੀ ਛੋੜ, ਭੰਨਣ ਗੜਨ ਸਮਰੱਥ, ਸਭ ਜੀਵ ਕਾ ਜਿਸ ਹੱਥ। ਐਸੀਆਂ ਬਖਸ਼ਿਸ਼ਾਂ ਕਰਕੇ 3 ਵੈਸਾਖ ਸੰਮਤ 1609 ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਆਪ ਜੀ ਨੇ ਗੁਰਤਾ ਗੱਦੀ ਸੰਭਾਲ ਕੇ ਧਰਮ ਦਾ ਉੱਤਮ ਪ੍ਰਚਾਰ ਕੀਤਾ। ਦੇਸ਼ ਦੇ ਸੰਤਰਾਂ ਵਿੱਚ ਪ੍ਰਚਾਰਕ ਭੇਜੇ ਅਤੇ ਧਰਮਸ਼ਾਲਾ ਥਾਪੀਆਂ। ਬਿਨਾਂ ਕਿਸੇ ਜਾਤ ਪਾਤ ਦੇ ਇੱਕ ਪੰਗਤ ਵਿੱਚ ਬੈਠ ਕੇ ਭੋਜਨ ਛਕਣ ਦੀ ਮਰਿਆਦਾ ਚਲਾਈ। ਸਤੀ ਪ੍ਰਥਾ ਨੂੰ ਦੇਖ ਕੇ ਆਪ ਜੀ ਨੇ ਪੰਗਤੀਆਂ ਉਚਾਰਨ ਕੀਤੀਆਂ। ਸਤੀਆਂ ਇਹ ਨਾ ਆਖੀਅਨ ਜੋ ਬਣਿਆ ਲੱਗ ਜਲਨ, ਨਾਨਕ ਸਤੀਆਂ ਜਾਣੀਅਨ ਜੇ ਬਿਰਹਿ ਚੋਟ ਮਰਨ। ਐਸੇ ਸ਼ਬਦ ਦੀ ਸਿੱਖਿਆ ਦੇ ਨਾਲ ਸਾਧ ਸੰਗਤ ਜੀ ਸਤੀ ਪ੍ਰਥਾ ਬੰਦ ਕਰਵਾਈ। ਉਸ ਇਲਾਕੇ ਵਿੱਚ ਜਲ ਦੀ ਘਾਟ ਨੂੰ ਪੂਰਿਆਂ ਕਰਨ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਸੰਮਤ 1616 ਵਿੱਚ 84 ਪੌੜੀਆਂ ਦੀ ਬਾਉਲੀ ਬਣਵਾਈ। ਆਪ ਜੀ ਨੇ 22 ਸਾਲ 5 ਮਹੀਨੇ ਗੁਰਤਾ ਸੰਭਾਲੀ ਅਤੇ 95 ਵਰੇ 3 ਮਹੀਨੇ 23 ਦਿਨ ਦੀ ਅਵਸਥਾ ਭੋਗਦੇ ਹੋਏ 2 ਅੱਸੂ ਸੰਮਤ 1631 1 ਸਤੰਬਰ 1574 ਈਸਵੀ ਨੂੰ ਆਪ ਜੀ ਜੋਤੀ ਜੋਤ ਸਮਾ ਗਏ। ਸਾਧ ਸੰਗਤ ਜੀ ਆਪ ਸਿੱਖ ਸੰਗਤਾਂ ਦੇ ਨਾਲ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਸੰਖੇਪ ਜੀਵਨ ਸਾਂਝਾ ਕਰਨ ਦਾ ਯਤਨ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੇ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ। ਸਤਿਗੁਰੂ ਸਾਹਿਬ ਜੀ ਅਤੇ ਆਪ ਸਿੱਖ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਲੈਣਾ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੁੱਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅੱਗੇ ਵਾਸਤੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਕਰਨ ਦੀ ਸਮਾਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।